ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਵਿੱਚ ਅੱਤਵਾਦ ਦਾ ਦੌਰ ਲੰਘਿਆਂ ਤਕਰੀਬਨ 2 ਦਹਾਕੇ ਹੋ ਗਏ ਨੇ। ਇਹਨਾਂ ਸਮਾਂ ਲੰਘਣ ਦੇ ਬਾਵਜੂਦ ਹਾਲੇ ਤੱਕ ਬਹੁਤ ਸਾਰੇ ਮਸਲੇ ਅਣਸੁਲਝੇ ਪਏ ਨੇ। ਝੂਠੇ ਪੁਲਿਸ ਮੁਕਾਬਲਿਆਂ ਤੋਂ ਲੈ ਕੇ ਲਾਵਾਰਿਸ ਲਾਸ਼ਾਂ ਤੱਕ ਦੇ ਮਸਲੇ ਬਹੁਤ ਅਹਿਮ ਨੇ। ਕਈ ਮਾਮਲਿਆਂ ਵਿੱਚ ਪੀੜਤਾਂ ਨੂੰ ਮੁਆਵਜ਼ੇ ਤੱਕ ਦੀਆਂ ਗੱਲਾਂ ਹੋਈਆਂ ਨੇ, ਪਰ ਕਸੂਰਵਾਰ ਪੁਲਿਸ ਅਫਸਰਾਂ ਨੂੰ ਕਿਸੇ ਨਾ ਕਿਸੇ ਪੱਧਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚਾ ਲਿਆ ਗਿਆ ਹੈ। ਹੁਣ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੇ ਸ਼ਰੇਆਮ ਕਹਿ ਦਿੱਤਾ ਹੈ ਕਿ ਉਸ ਤੋਂ ਝੂਠੇ ਪੁਲਿਸ ਮੁਕਾਬਲੇ ਕਰਵਾਏ ਗਏ ਸਨ। ਇਸ ਨੂੰ ਸਮਾਜਿਕ ਪੱਧਰ ਉੱਤੇ ਤਾਂ ਇਕਬਾਲੀਆ ਬਿਆਨ ਹੀ ਮੰਨਿਆ ਜਾਏਗਾ। ਕਾਨੂੰਨੀ ਪੱਧਰ ਉੱਤੇ ਇਸ ਬਿਆਨ ਦੇ ਕੀ ਮਾਇਨੇ ਨੇ? ਝੂਠੇ ਪੁਲਿਸ ਮੁਕਾਬਲਿਆਂ ਦਾ ਹਵਾਲਾ ਆਉਂਦੇ ਹੀ ਸਾਡੀਆਂ ਯਾਦਾਂ ਵਿੱਚ ਬਹੁਤ ਕੁਝ ਅਣਸੁਖਾਵਾਂ ਉੱਭਰ ਆਉਂਦਾ ਏ। ਇੱਕੋ ਹਵਾਲੇ ਨਾਲ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਅਤੇ ਗੁਜਰਾਤ ਤੋਂ ਨਾਗਾਲੈਂਡ ਦੇ ਅਨੇਕਾਂ ਮਾਮਲੇ ਤਾਜ਼ਾ ਹੋ ਜਾਂਦੇ ਨੇ। ਬਹੁਤ ਸਾਰੀਆਂ ਫਿਲਮਾਂ ਰਾਹੀਂ ਐਸੇ ਰੁਝਾਨ ਦੀ ਦੂਜੇ ਮੁਲਕਾਂ ਵਿੱਚ ਵੀ ਤਸਦੀਕ ਹੁੰਦੀ ਹੈ। ਪੰਜਾਬ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਅਤੇ ਲਾਵਾਰਸ ਕਰਾਰ ਦੇ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਮਾਮਲਿਆਂ ਦੀ ਅਦਾਲਤ ਵਿੱਚ ਹਾਲਤ ਕੁਝ ਵੀ ਹੋਵੇ, ਪਰ ਇਹ ਲੋਕ ਮਨਾਂ ਵਿੱਚ ਹੁਣ ਵੀ ਸੱਜਰੇ ਪਏ ਨੇ। ਜਸਵੰਤ ਸਿੰਘ ਖਾਲੜਾ ਦੇ ਸਵਾਲ ਉਸ ਦੇ ਕਤਲ ਨਾਲ ਖਤਮ ਨਹੀਂ ਹੋਏ, ਉਹ ਅੱਜ ਵੀ ਉਨੇ ਹੀ ਅਹਿਮ ਨੇ। ਪੂਰੀ ਦੁਨੀਆ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਅਸਲਾ ਆਮ ਤੌਰ ਉੱਤੇ ਉਦੋਂ ਹੀ ਸਾਹਮਣੇ ਆਉਂਦਾ ਏ ਜਦੋਂ ਕੋਈ ਅੰਦਰ ਦਾ ਭੇਤੀ ਖੁਲਾਸਾ ਕਰਦਾ ਏ। ਕੋਈ ਪੁਲਿਸ ਮੁਕਾਬਲਿਆਂ ਵਿੱਚ ਸ਼ਾਮਲ ਰਿਹਾ ਮੌਕੇ ਦੀ ਗਵਾਹੀ ਦਿੰਦਾ ਏ, ਜਾਂ ਕੋਈ ਮਰਿਆ ਸਮਝ ਕੇ ਜਿਉਂਦਾ ਛੱਡ ਦਿੱਤਾ ਗਿਆ ਬੰਦਾ ਬੋਲਣ ਲਾਇਕ ਹੋ ਜਾਂਦਾ ਏ। ਕਈ ਵਾਰ ਕੋਈ ਆਪਣੀ ਆਤਮਾ ਦਾ ਬੋਝ ਹਲਕਾ ਕਰਨ ਲਈ ਸੱਚ ਬੋਲਦਾ ਏ, ਕੋਈ ਨੌਕਰੀ ਦਾ ਆਨੰਦ ਲੈਣ ਤੋਂ ਬਾਅਦ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਬੋਲਦਾ ਏ, ਕੋਈ ਨੌਕਰੀ ਦੇ ਜ਼ਾਬਤੇ ਤੋਂ ਬਾਹਰ ਆ ਕੇ ਝੂਠ ਦਾ ਪਰਦਾ ਚਾਕ ਕਰਦਾ ਏ, ਕੋਈ ਆਪਣੇ ਮਹਿਕਮੇ ਦੀ ਨਾਇਨਸਾਫੀ ਕਾਰਨ ਭੇਤ ਖੋਲ੍ਹਦਾ ਏ, ਕੋਈ ਆਪਣੇ ਅਫਸਰ ਦੀ ਵਧੀਕੀ ਕਾਰਨ ਉਸ ਨੂੰ ਸ਼ੀਸ਼ਾ ਵਿਖਾਉਂਦਾ ਏ। ਪੰਜਾਬ ਵਿੱਚ ਸਬ ਇੰਸਪੈਕਟਰ ਸੁਰਜੀਤ ਸਿੰਘ ਦੇ ਹਵਾਲੇ ਨਾਲ ਐਸੇ ਰੁਝਾਨ ਦੀ ਸ਼ੁਰੂਆਤ ਹੁੰਦੀ ਜਾਪਦੀ ਏ। ਸੁਰਜੀਤ ਸਿੰਘ ਨੂੰ ਸਿਪਾਹੀ ਵਜੋਂ ਕੁਝ ਮਹੀਨਿਆਂ ਦੀ ਨੌਕਰੀ ਤੋਂ ਬਾਅਦ ਹੀ ਮਹਿਤਾ ਚੌਕ ਥਾਣੇ ਦਾ ਥਾਣੇਦਾਰ ਬਣਾਇਆ ਗਿਆ ਸੀ ਅਤੇ ਸਬ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ ਸੀ। ਉਹਨਾਂ ਦਿਨਾਂ ਵਿੱਚ ਤਰੱਕੀਆਂ ਦੀ ਮਾਇਆ ਐਸੇ ਭਾਅ ਚੱਲਦੀ ਸੀ। ਸੁਰਜੀਤ ਸਿੰਘ ਨੇ 83 ਪੁਲਿਸ ਮੁਕਾਬਲਿਆਂ ਦੀ ਫਹਿਰਿਸਤ ਜਾਰੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਦੀ CBI ਤੋਂ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਹਨਾਂ ਵਿੱਚ ਝੂਠੇ ਪੁਲਿਸ ਮੁਕਾਬਲੇ ਵੀ ਸ਼ਾਮਲ ਨੇ। ਸੁਰਜੀਤ ਸਿੰਘ ਦੇ ਬਿਆਨ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕੁਝ ਬੰਦੇ ਤਾਂ ਬਿਲਕੁਲ ਬੇਕਸੂਰ ਮਾਰੇ ਗਏ ਸਨ, ਪਰ ਜੋ ਕਸੂਰਵਾਰ ਸਨ ਉਹਨਾਂ ਦਾ ਕਤਲ ਵੀ ਗੈਰ ਕਾਨੂੰਨੀ ਤਾਂ ਮੰਨਿਆ ਹੀ ਜਾਏਗਾ। ਆਖਿਰ ਪੁਲਿਸ ਹੀ ਤਾਂ ਇਹ ਤੈਅ ਨਹੀਂ ਕਰ ਸਕਦੀ ਕਿ ਕਸੂਰਵਾਰ ਕੌਣ ਹੈ ਤੇ ਉਸ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ। ਹੁਣ ਸਵਾਲ ਇਹ ਹੈ ਕਿ ਕੀ ਇਸ ਖੁਲਾਸੇ ਨਾਲ ਝੂਠੇ ਪੁਲਿਸ ਮੁਕਾਬਲਿਆਂ ਬਾਬਤ ਹੋ ਰਹੀ ਚਰਚਾ ਵਿੱਚ ਕੋਈ ਨਵਾਂ ਮੋੜ ਆਏਗਾ ਜਾਂ ਇਹ ਵਕਤੀ ਖਬਰ ਬਣ ਕੇ ਰਹਿ ਜਾਏਗਾ? ਝੂਠੇ ਪੁਲਿਸ ਮੁਕਾਬਲਿਆਂ ਦੀ ਚਰਚਾ ਵੱਡੇ ਪੱਧਰ ਉੱਤੇ ਹੋ ਰਹੀ ਹੈ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਝੂਠੇ ਪੁਲਿਸ ਮੁਕਾਬਲਿਆਂ ਦੇ ਹਵਾਲੇ ਨਾਲ ਚਰਚਾ ਵਿੱਚ ਨੇ। ਪੰਜਾਬ ਵਿੱਚ ਬਣੀਆਂ ਵੱਖ-ਵੱਖ ਸਰਕਾਰਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਰੀਕ ਰਹੇ ਜਾਂ ਸਰਪ੍ਰਸਤੀ ਕਰਨ ਵਾਲੇ ਪੁਲਿਸ ਅਫਸਰਾਂ ਦੀ ਪਿੱਠ ਉੱਤੇ ਖੜ੍ਹਦੀਆਂ ਰਹੀਆਂ ਨੇ। ਹੁਣ ਤਰਨਤਾਰਨ ਤੋਂ ਖੁਲਾਸਾ ਹੋਇਆ ਏ। ਕੀ ਇਹ ਖੁਲਾਸਾ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਨਜ਼ਰਸਾਨੀ ਕਰਨ ਦਾ ਸਬੱਬ ਬਣੇਗਾ? ਕੀ ਇਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਦਾ ਸ਼ਿਕਾਰ ਹੋਏ ਬੰਦਿਆਂ ਨੂੰ ਇਨਸਾਫ ਦੇਣ ਦਾ ਅਮਲ ਸ਼ੁਰੂ ਹੋਏਗਾ, ਜਾਂ ਕੁਝ ਦਿਨਾਂ ਦੀ ਚਰਚਾ ਤੋਂ ਬਾਅਦ ਇਹ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਏਗਾ? ਇਸੇ ਮੁੱਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਅਮਰ ਸਿੰਘ ਚਾਹਲ, ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ। ਇਹ ਮਨੁੱਖੀ ਹਕੂਕ ਮਾਮਲਿਆਂ ਨੂੰ ਅਦਾਲਤ ਤੱਕ ਲਿਜਾਂਦੇ ਰਹੇ ਨੇ। ਅਰੀਦਮਨਜੀਤ ਸਿੰਘ, ਜੋ ਸੀਮਾ ਸੁਰੱਖਿਆ ਬਲ ਦੇ ਸਾਬਕਾ ਅਫਸਰ ਨੇ ਤੇ ਅੱਜਕੱਲ ਪੁਲਿਸ ਦੀ ਕਾਰਗੁਜ਼ਾਰੀ ਬਾਬਤ ਗੈਰ ਸਰਕਾਰੀ ਸੰਸਥਾ ਨਿਸ਼ਾਨ ਚਲਾਉਂਦੇ ਨੇ। ਇਕਬਾਲ ਸਿੰਘ ਲਾਲਪੁਰਾ, ਜੋ ਪੰਜਾਬ ਪੁਲਿਸ ਵਿੱਚੋਂ ਬਤੌਰ SSP ਸੇਵਾ ਮੁਕਤ ਹੋਏ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਬਹੁਤ ਮਿਹਰਬਾਨੀ। ਚਾਹਲ ਸਾਹਿਬ, ਮੈਂ ਪੁੱਛਣਾ ਚਾਹਾਂਗਾ ਕਿ ਪਿਛਲੇ ਤਕਰੀਬਨ 20 ਸਾਲਾਂ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਤੇ ਲਾਵਾਰਿਸ ਲਾਸ਼ਾਂ ਦਾ ਮਾਮਲਾ ਲਗਾਤਾਰ ਚਰਚਾ 'ਚ ਰਿਹਾ। ਚਾਹੇ ਅਦਾਲਤ ਦੇ ਵਿੱਚ ਕਾਰਵਾਈ ਹੋ ਰਹੀ ਹੋਵੇ, ਚਾਹੇ ਗਵਾਹਾਂ ਦੇ ਭੁਗਤਾਉਣ ਦੀ ਜਾਂ ਸਰਕਾਰ ਵੱਲੋਂ ਵੱਖਰੀਆਂ ਅਦਾਲਤਾਂ ਵਿੱਚ ਦਿੱਤੇ ਹਲਫਨਾਮਿਆਂ ਦੀ ਚਰਚਾ ਹੋ ਰਹੀ ਹੋਵੇ, ਕਿਤੇ ਨਾ ਕਿਤੇ ਇਹ ਲੱਗਦਾ ਸੀਗਾ ਕਿ ਹੁਣ ਇਹ ਮਸਲਾ ਠੰਡੇ ਬਸਤੇ 'ਚ ਪੈ ਗਿਆ। ਤੇ ਤੁਹਾਨੂੰ ਕੀ ਲੱਗਦਾ ਕਿ ਇੱਕ ਨਵਾਂ ਮੋੜ ਆ ਗਿਆ ਇਸ ਮਾਮਲੇ 'ਚ? ਨਹੀਂ ਜੀ, ਇਹ ਤਾਂ ਪਹਿਲੇ ਵੀ ਠੰਡੇ ਬਸਤੇ 'ਚ ਪਿਆ ਹੈ ਤੇ ਹੁਣ ਵੀ ਪਿਆ ਰਹੇਗਾ, ਕਿਉਂਕਿ ਜਿਨ੍ਹਾਂ ਦੀ ਬੇਸਿਕ ਡਿਊਟੀ ਹੈ ਕਾਨੂੰਨ ਦੀ ਜਿਹੜੀ ਹੈ ਬਹਾਲੀ ਕਰਨ ਦੀ, ਉਹ ਇਸ ਬੰਨੇ ਤੁਰਨ ਨੂੰ ਤਿਆਰ ਹੀ ਨਹੀਂ ਜੀ। ਇਹ ਸਿਰਫ ਤੇ ਸਿਰਫ ਮਹਿਜ ਕੁਝ ਚਿਰਲੀ ਗੱਲਾਂ ਜਿਹੜੀਆਂ ਨੇ ਅੱਗੇ ਆਉਂਦੀਆਂ ਨੇ ਤੇ ਲੋਕਾਂ ਦੇ ਮਨ ਨੂੰ ਚੋਟ ਲਾ ਕੇ ਫਿਰ ਪਿੱਛੇ ਤੁਰ ਜਾਂਦੀਆਂ ਨੇ, ਕਿਉਂਕਿ ਸਰਕਾਰ ਜਿਹਦੀ ਬੇਸਿਕ ਡਿਊਟੀ ਹੈ ਉਹ ਕੁਛ ਨਹੀਂ ਕਰਦੀ। ਸੁਰਜੀਤ ਸਿੰਘ ਦਾ ਇਹ ਇਕਬਾਲ ਕਰਨਾ ਵੀ ਇੰਨੇ ਮੁਕਾਬਲੇ ਹੋਏ ਨੇ, ਮੁਕਾਬਲਾ ਕੋਈ ਵੀ ਹੋਵੇ ਉਹਨੂੰ ਝੂਠਾ ਗਿਣਿਆ ਜਾਏਗਾ ਜੀ, ਕਿਉਂਕਿ ਜਿਹੜਾ ਵੀ ਕੋਈ ਕ੍ਰਿਮੀਨਲ ਹੈ ਉਹਦੇ 'ਤੇ ਕੇਸ ਬਣਾ ਕੇ ਤੇ ਉਹਨੂੰ ਸਜ਼ਾ ਅਦਾਲਤ ਦੇਗੀ। ਫੜਨਾ
ਉਹਨੂੰ ਪ੍ਰੋਸੀਕਿਊਟ ਕਰਨਾ ਪੁਲਿਸ ਦੀ ਡਿਊਟੀ, ਉਹਨੂੰ ਮਾਰਨਾ ਨਹੀਂ। ਕਿਤੇ ਰੇਅਰ ਕੇਸਿਸ 'ਚ ਜਿੱਥੇ ਕੋਈ ਭਗੌੜਾ ਹੈ ਮਾਰਿਆ ਜਾਂਦਾ, ਉਹਦੀ ਵੀ ਜਿਹੜੀ ਹੈ ਸਕਰੂਟਨੀ ਜਿਹੜੀ ਹੈ ਸਿਸਟਮ 'ਚ ਹੋਣੀ ਚਾਹੀਦੀ, ਨਾ ਕਿ ਉਹ ਮਾਰਿਆ ਗਿਆ ਤੇ ਇੱਕਦਮ ਉਹਨੂੰ ਜਿਹੜੀ ਹੈ ਉਹਦੇ 'ਤੇ ਮਿੱਟੀ ਪਾ ਦਿੱਤੀ ਜਾਏ। ਹੁਣ ਜਿਹੜਾ ਸੁਰਜੀਤ ਸਿੰਘ ਦਾ ਇਕਬਾਲੀਆ ਬਿਆਨ ਹੈ, ਇਹ ਇੰਨਾ ਅੱਛੀ ਇੱਕ ਪੀਸ ਆਫ ਐਵੀਡੈਂਸ ਅਸੀਂ ਉਹਨੂੰ ਕਹਾਂਗੇ, ਜਿਹਦੇ 'ਚ ਉਹਦੀ ਇੱਕਦਮ ਅਰੈਸਟ ਹੋਣੀ ਚਾਹੀਦੀ ਹੈ। ਅਰੈਸਟ ਹੋ ਕੇ ਉਹਦੇ 'ਤੇ ਜਿਹੜਾ ਕੇਸ 302 ਦੇ ਰਜਿਸਟਰ ਹੋਣੀ ਚਾਹੀਦੀ ਹੈ, ਤੇ ਉਸ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਜਿਨ੍ਹਾਂ ਨੇ ਉਹਨੂੰ ਕਿਹਾ ਵੀ ਤੁਸੀਂ ਪੁਲਿਸ ਮੁਕਾਬਲੇ 'ਚ ਮਾਰ ਦਿਓ, ਉਹ ਵੀ ਬੰਦੇ ਸਾਰੇ ਮੁਲਜ਼ਮ ਹੋਣੇ ਚਾਹੀਦੇ, ਭਾਵੇਂ ਉਹ ਕਿਸੇ ਲੈਵਲ ਦਾ ਹੋਵੇ। ਸੋ ਇਹ ਗੱਲ ਜਿਹੜੀ ਹੈ, ਇਹਦੇ ਲਈ ਸਰਕਾਰ ਜਿਹੜੀ ਪਹਿਲੇ ਜ਼ਿੰਮੇਵਾਰੀ ਹੈ, ਜੇ ਸਰਕਾਰ ਇਸ ਗੱਲ ਤੇ ਪਰਦਾ ਚੁੱਕਣਾ ਚਾਹਵੇ ਤੇ ਅੱਗੇ ਤੁਰ ਸਕਦੀ ਹੈ। ਜੇ ਸਰਕਾਰ ਇੰਨੀ ਮਾੜੀ ਹੈ, ਅਦਾਲਤਾਂ ਨੂੰ ਇੰਟਰਵੀਨ ਕਰਨਾ ਚਾਹੀਦਾ। ਜਿਸ ਤਰ੍ਹਾਂ ਮੁੰਡੇ ਦੇ ਕੇਸ 'ਚ ਮੁੰਡੇ ਨੇ ਇੱਕ ਇਕਬਾਲੀਆ ਬਿਆਨ ਦਿੱਤਾ ਹੈ ਵੀ ਮੈਂ ਇੰਨੇ ਲੱਖ ਦੀ ਜਗ੍ਹਾ 8 ਕਰੋੜ ਰੁਪਈਆ ਆਪਣੇ ਇਲੈਕਸ਼ਨ ਤੇ ਖਰਚ ਕੀਤਾ। ਉਹਦੀ ਇੱਕਦਮ ਸੂਓ ਮੋਟੋ ਜਿਹੜੀ ਨੋਟਿਸ ਲੈ ਲਈ ਇਲੈਕਸ਼ਨ ਕਮਿਸ਼ਨ ਨੇ, ਉਹ ਸੂਓ ਮੋਟੋ ਕਮਿਸ਼ਨ ਦੇ ਨੋਟਿਸ ਲੈਣ ਦੇ ਬਾਵਜੂਦ ਵੀ ਉਹਦੇ ਤੇ ਕੇਸ ਵੀ ਰਜਿਸਟਰ ਹੋ ਸਕਦਾ। ਸੋ ਮੇਰੀ ਇਹ ਬਾਈ ਰਾਏ ਆ ਵੀ ਜੋ ਨਾ ਇਕਬਾਲੀਆ ਬਿਆਨ ਦਿੱਤਾ, ਇੱਕਦਮ ਉਹਦੀ ਅਰੈਸਟ ਹੋਣੀ ਚਾਹੀਦੀ, ਕੇਸ ਰਜਿਸਟਰ ਹੋ ਗਏ ਤੇ ਸਾਰੇ ਦੇ ਸਾਰੇ ਜਿਹੜੇ ਇਨਵੈਸਟੀਗੇਸ਼ਨ ਜਿਹੜੇ ਕੇਸ ਕਹਿੰਦੇ ਉਹ ਇਨਕਾਊਂਟਰ ਹੋਏ, ਉਹਨਾਂ ਦੇ ਇਕੱਲੇ ਆਦਮੀ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਤਾਂ ਕਿ ਜਿਨ੍ਹਾਂ ਦੇ ਗਲਤ ਲੋਕ ਮਾਰੇ ਗਏ ਨੇ, ਬਗੈਰ ਕਿਸੇ ਕਾਰਨ ਤੋਂ ਮਾਰੇ ਗਏ ਨੇ, ਉਹਨਾਂ ਨੂੰ ਇਨਸਾਫ ਦਿੱਤਾ ਜਾਵੇ, ਉਹਨਾਂ ਨੂੰ ਕੰਪਨਸੇਟ ਵੀ ਕੀਤਾ ਜਾਵੇ। ਜੇ ਇਹ ਕੀਤਾ ਜਾਵੇ, ਫਿਰ ਮੈਜੈਸਟੀ ਆਫ ਲਾ ਜਿਹੜੀ ਰਹੇਗੀ। ਨਹੀਂ ਤੇ ਇਹ ਜੇ ਇਸ ਤਰ੍ਹਾਂ ਬੇਇਨਸਾਫੀ ਦਾ ਆਲਮ ਰਿਹਾ, ਬੇਇਨਸਾਫੀ ਜਿਹੜੀ ਹੈ ਲੋਕਾਂ ਨੂੰ ਫਿਰ ਰਿਵੋਲਟ ਕਰਨ ਦੀ ਆਉਣ ਵਾਲਾ ਸਮਾਂ ਜਿਹੜਾ ਹੈ ਇਹ ਤੱਕ ਦੇਗੀ। ਜੀ ਅਰਿੰਦਮਨ ਜੀ, ਤੁਸੀਂ ਲਗਾਤਾਰ ਇਸ ਮਸਲੇ ਦੇ ਉੱਤੇ ਚਰਚਾ ਕਰਦੇ ਰਹੇ ਹੋ। ਤੁਸੀਂ ਸਾਡੇ ਮੈਨੇਜਿੰਗ ਐਡੀਟਰ ਸਾਹਿਬ ਨਾਲ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਤੁਸੀਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਬਹੁਤ ਠੋਸ ਰੂਪ 'ਚ ਕਹਿ ਸਕਦੇ ਹੋ ਕਿ ਇਸ ਬੰਦੇ ਨੇ ਇਸ ਜਗ੍ਹਾ ਦੇ ਉੱਤੇ ਜੋ ਮੁਕਾਬਲਾ ਕੀਤਾ ਉਹ ਝੂਠਾ ਪੁਲਿਸ ਮੁਕਾਬਲਾ ਸੀ। ਬਾਅਦ ਦੇ ਵਿੱਚ ਤੁਸੀਂ ਇਹ ਵੀ ਕਿਹਾ ਕਿ ਵੀ ਜਿਹੜੀ BSF ਹੈ ਉਹ ਪੰਜਾਬ ਦੇ ਵਿੱਚ ਭਾਵੇਂ ਇਸ ਰੁਝਾਨ ਦਾ ਹਿੱਸਾ ਨਹੀਂ ਰਹੀ, ਪਰ ਕਸ਼ਮੀਰ ਦੇ ਵਿੱਚ ਰਹੀ ਹੈ, ਤੇ ਇਹ ਰੁਝਾਨ ਜਿਹੜਾ ਹੈਗਾ ਇਹ ਪੂਰੇ ਮੁਲਕ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈਗਾ। ਜਦੋਂ ਇਹ ਸੁਰਜੀਤ ਸਿੰਘ ਦਾ ਬਿਆਨ ਇਸ ਖੁਲਾਸੇ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ, ਤੇ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਆਹ ਤੇ ਸਰਕਮਸਟੈਂਸਿਸ ਦੇ ਮੁਤਾਬਕ ਇੰਸਪਾਇਰ ਹੋ ਕੇ ਲੋਕੀ ਆਪਣੀਆਂ ਗੱਲਾਂ ਕਰਦੇ ਰਹਿਣਗੇ, ਬਾਹਰ ਆਉਂਦੇ ਰਹਿਣਗੇ, ਲੇਕਿਨ ਜਿੰਨਾ ਚਿਰ ਇੰਸਟੀਟਿਊਸ਼ਨਲ ਮੈਕੈਨਿਜ਼ਮ ਠੀਕ ਨਹੀਂ ਹੁੰਦਾ, ਉਹਨਾਂ ਚਿਰ ਤੁਹਾਨੂੰ ਕਿਤੇ ਨਹੀਂ ਪਹੁੰਚਾਏਗਾ। ਜਿਹੜਾ ਉਹਨਾਂ ਦਾ ਬਿਆਨ ਹੈ, ਇਹਨੂੰ ਤੁਸੀਂ ਉਸ ਬੰਦੇ ਦੀ ਆਪਣੀ ਡਿਊਟੀ ਤੋਂ ਉਰੇ ਪਰੇ ਹੋਣਾ ਜਾਂ ਉਹਦੇ ਲਾਲਚ ਮੰਨਦੇ ਹੋ, ਜਾਂ ਇਹਨੂੰ ਤੁਸੀਂ ਸਿਸਟਮ ਦਾ ਹਿੱਸਾ ਮੰਨਦੇ ਹੋ? ਮੈਂ ਇਹ ਵੀ ਪੁੱਛਣਾ ਚਾਹਾਂਗਾ। ਉਹ ਇੱਕ ਸਿਸਟਮ ਦਾ ਹਿੱਸਾ ਰਿਹਾ ਵੇ, ਤੇ ਹੁਣ ਉਹਨੇ ਰਿਵੋਲਟ ਕੀਤਾ ਵੇ ਸਿਸਟਮ ਦੇ ਅਗੇਂਸਟ ਵਿੱਚ। ਤੁਸੀਂ ਸਿਸਟਮ ਦੇ ਮੁਤਾਬਕ ਚੱਲਦੇ ਰਹਿੰਦੇ ਜੇ, ਉਹਨਾਂ ਚਿਰ ਚੱਲਦੇ ਰਹਿੰਦੇ ਜੇ ਜਿੰਨਾ ਚਿਰ ਤੁਹਾਡੇ ਜਿਹੜੇ ਨੇ ਮਤਲਬ ਕਿ ਆਬਜੈਕਟਿਵ ਨੇ, ਤੁਹਾਡੇ ਪ੍ਰਿੰਸੀਪਲਸ ਨੇ, ਉਹ ਕੌਨਫਲਿਕਟ ਵਿੱਚ ਨਹੀਂ ਆ ਰਹੇ ਲਾਰਜਰ ਇੰਟਰਸਟ ਆਫ ਦਾ ਸਿਸਟਮ ਔਰ ਤੁਹਾਡੇ ਜਿਹੜੇ ਵੈਸਟਡ ਇੰਟਰਸਟ ਨੇ। ਜਦੋਂ ਉਹਨਾਂ ਦੋਵਾਂ 'ਚ ਕੌਨਫਲਿਕਟ ਆਉਂਦੀ ਵੇ, ਤੇ ਉਸ ਟਾਈਮ ਫਿਰ ਤੁਸੀਂ ਰਿਵੋਲਟ ਕਰਦੇ ਜੇ, ਤੇ ਉੱਥੇ ਤੁਹਾਨੂੰ ਪ੍ਰੋਟੈਕਟ ਵੀ ਕੀਤਾ ਜਾਂਦਾ ਵੇ। ਹੁਣ ਇਹਨੇ ਜੋ ਕੁਛ ਕਿਹਾ ਵੇ, ਹੁਣ ਜਿਹੜੀ ਜਿਵੇਂ ਚਹਿਲ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਇਹਦਾ ਨੋਟਿਸ ਲਿਆ ਜਾਣਾ ਚਾਹੀਦਾ ਵੇ। ਹੁਣ ਜਿਹੜਾ ਸਾਡਾ ਇੰਸਟੀਟਿਊਸ਼ਨਲ ਮੈਕੈਨਿਜ਼ਮ ਬਣਾਇਆ ਸੀ, ਮੈਂ ਜਿਹੜਾ ਕਹਿੰਦਾ ਵੀ ਜਿਹੜੇ ਸਾਡੇ ਲਾਜ਼ ਨੇ, ਆ ਸਾਰੇ ਲਾਜ਼ ਆਫ ਲਾਲੈਸਨੈਸ ਹੈਗੇ ਨੇ। ਸਪੈਸ਼ਲ ਪ੍ਰੋਟੈਕਸ਼ਨ ਵਿੱਚ ਇੱਕ ਪਾਸੇ ਇੰਟੈਲੀਜੈਂਸ ਬਿਊਰੋ ਦਾ ਤੁਸੀਂ ਦੇਖੋਗੇ ਸਪੈਸ਼ਲ ਡਾਇਰੈਕਟਰ ਲੈਵਲ ਦਾ ਬੰਦਾ ਵੇ, ਜਿਹੜਾ ਐਡੀਸ਼ਨਲ DG ਜਾਂ DG ਲੈਵਲ ਦਾ ਬੰਦਾ ਵੇ, ਉਹਨੂੰ ਹੋਮ ਮਿਨਿਸਟਰੀ ਬਿਠਾਉਣ ਤੇ ਬੈਠੀ ਹੋਈ ਹੈ। ਹੋਮ ਮਿਨਿਸਟਰੀ ਦਾ ਜਿਹੜਾ ਹੋਮ ਸੈਕਟਰੀ ਵੇ ਬਾਬੂ ਵੇ, ਉਹਦੀ ਕੀ ਸਪੈਸ਼ਲਾਈਜੇਸ਼ਨ ਹੈ, ਕਿਹੜੀ ਬੇਸ ਤੇ ਉਹ ਡਿਸੀਜਨ ਲੈ ਲੈਂਦਾ ਵੇ। ਤੇ ਜਦੋਂ ਸਾਰਾ ਸਿਸਟਮ ਮੈਕੈਨਿਜ਼ਮ ਤੁਹਾਨੂੰ ਪ੍ਰੋਟੈਕਟ ਕਰਨ ਵਾਸਤੇ ਵੇ, ਤੇ ਅਸੀਂ ਉਸੇ ਸਿਸਟਮ ਨੂੰ ਲਾਗੂ ਕਰੀ ਚੱਲਾਂਗੇ, ਤੇ ਲੋਕੀ ਰੌਲਾ ਪਾਉਂਦੇ ਰਹਿਣਗੇ। ਇਟ ਇਜ਼ ਨਾਟ ਗੋਇੰਗ ਟੂ ਲੀਡ ਯੂ ਐਨੀਵੇਅਰ। ਐਕਚੁਅਲੀ ਰਿਸਪੌਂਸਿਬਿਲਿਟੀ ਕਮਸ ਟੂ ਦਾ ਪੋਲੀਟੀਕਲ ਲੀਡਰਸ਼ਿਪ। ਪਬਲਿਕ ਨੇ ਪੋਲੀਟੀਕਲ ਲੀਡਰਸ਼ਿਪ ਨੂੰ ਚੁਣਿਆ ਵੇ, ਉਹਨਾਂ ਨੂੰ ਚਾਹੀਦਾ ਵੇ ਉਹ ਇਸ ਤੇ ਸਟੈਂਡ ਲੈਣ ਤੇ ਕਾਰਵਾਈ ਕਰਾਉਣ, ਕਿਉਂਕਿ ਜਿਹੜੇ ਅਫਸਰ ਨੇ ਉਹਦੇ ਤੇ ਕਦੀ ਕਾਰਵਾਈ ਨਹੀਂ ਕਰਨਗੇ, ਕਿਉਂਕਿ ਦੇ ਆਰ ਦਾ ਪਰਪੀਟੇਟਰਸ, ਦੇ ਆਰ ਪਾਰਟ ਆਫ ਦਾ ਸਿਸਟਮ। ਹਾਊ ਡੂ ਯੂ ਐਕਸਪੈਕਟ them to go for the suicidal step? They will never take the suicidal step. So who has to play the role? It is the political leadership in whom people they repose their trust. ਲੋਕਾਂ ਨੇ ਟਰਸਟ ਪੋਲੀਟੀਕਲ ਲੀਡਰਸ਼ਿਪ ਵਿੱਚ ਰਿਪੋਜ਼ ਕੀਤਾ ਹੈ। ਪੋਲੀਟੀਕਲ ਲੀਡਰਸ਼ਿਪ ਨੂੰ ਹੁਣ ਸਟੈਪ ਲੈਣਾ ਚਾਹੀਦਾ ਵੇ, ਤੇ ਉਹਨਾਂ ਬੰਦਿਆਂ ਨੂੰ ਸਪੋਰਟ ਕਰਨਾ ਚਾਹੀਦਾ ਵੇ, ਤੇ ਪ੍ਰੋਸੈਸ ਸ਼ੁਰੂ ਕਰਨੀ ਚਾਹੀਦੀ ਵੇ। ਉਹ ਪੋਲੀਟੀਕਲ ਲੀਡਰਸ਼ਿਪ ਕਿੱਥੇ ਫੇਲ ਹੋ ਜਾਂਦੀ ਹੈ? ਦੇ ਡੋਂਟ ਹੈਵ ਐਨੀ ਇੰਡੀਪੈਂਡੈਂਟ ਕੈਪੈਸਿਟੀ on these issues. They depend upon the same perpetrators. How do you expect the system to function? ਜਿਹੜੀ ਉਹਨਾਂ ਨੇ ਬਿਆਨ ਦਿੱਤਾ ਹੈ, ਉਹਦੇ ਵਿੱਚ ਇੱਕ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਮੈਨੂੰ ਕੁਝ ਮਹੀਨਿਆਂ ਦੀ ਨੌਕਰੀ ਤੋਂ ਬਾਅਦ, ਜਿਹੜੀ ਉਹਨਾਂ ਨੇ ਇੱਕ ਥਾਣੇਦਾਰ ਦੇ ਗਨਮੈਨ ਦੇ ਤੌਰ ਦੇ ਉੱਤੇ ਕੀਤੀ ਗਈ, ਉਹਨਾਂ ਦੀ ਤਰੱਕੀ ਕਰਕੇ ਉਹਨਾਂ ਨੂੰ ਥਾਣੇਦਾਰ ਬਣਾ ਦਿੱਤਾ ਗਿਆ। ਉਹ ਕਹਿੰਦੇ ਵੀ ਮੈਨੂੰ ਥਾਣੇਦਾਰ ਕਿਉਂ ਬਣਾਇਆ ਗਿਆ, ਇਹ ਜਾਂ ਮੈਂ ਜਾਣਦਾ ਜਾਂ ਗਿੱਲ ਜਾਣਦਾ। ਗਿੱਲ ਕੋਈ ਵੀ ਆਫਿਸਰ ਹੋ ਸਕਦਾ, ਉਸ ਵੇਲੇ ਦੇ ਪੁਲਿਸ ਦੇ ਮੁਖੀ ਵੀ ਹੋ ਸਕਦੇ ਨੇ, ਉਹਨਾਂ ਦਾ SSP ਵੀ ਹੋ ਸਕਦਾ, ਜਿਹੜਾ ਉੱਥੇ ਹੋ ਸਕਦਾ। ਜਦੋਂ ਆਪਾਂ ਇਸ ਦੀ ਗੱਲ ਕਰਦੇ ਹਾਂ, ਇੱਕ ਬੰਦੇ ਨੂੰ ਤਰੱਕੀ ਮਿਲੀ ਹੈ, ਬਿਨਾਂ ਵਾਰੀ ਤੋਂ ਮਿਲੀ ਹੈ, ਉਹਨੂੰ ਥਾਣੇਦਾਰ ਬਣਾਇਆ ਗਿਆ, ਇਹ ਤੇ ਪੂਰੇ ਪੁਲਿਸ ਪ੍ਰਬੰਧ ਦੇ ਉੱਤੇ ਸਵਾਲ ਹੈ ਨਾ, ਉਸ ਬੰਦੇ ਦੇ ਉੱਤੇ ਨਹੀਂ ਹੈ। ਐਬਸੋਲੂਟਲੀ, ਦੈਟਸ ਵਾਟ ਵੀ ਹੈਵ ਬੀਨ ਰੇਜ਼ਿੰਗ। ਅਸੀਂ ਇਹੋ ਹੀ ਇਸ਼ੂ ਚੁੱਕਦੇ ਰਹਾਂਗੇ। ਆ ਅਨਪ੍ਰੋਫੈਸ਼ਨਲ ਲੋਕਾਂ ਨੂੰ ਜਦੋਂ ਤੁਸੀਂ ਆ ਜਿਹੜੇ ਲੋਕੀ ਨੇ ਸਾਰੇ ਬਾਬੂ ਨੇ, ਜੇ ਦੇ ਟੇਕ ਆਲ ਥੀਸ ਡਿਸੀਜਨਸ ਬਿਕੋਜ਼ ਆਫ ਦਾ ਪਾਵਰ ਫਾਰਮੇਸ਼ਨ। ਤੁਸੀਂ ਤੇ ਥਾਣੇਦਾਰ ਦੀ ਗੱਲ ਕਰ ਰਹੇ ਹੋ,
2-2 4-4 ਸਾਲ ਨੌਕਰੀ ਵਾਲੇ ਮੁੰਡਿਆਂ ਨੂੰ ਚੁੱਕ ਕੇ ਇਹਨਾਂ ਨੇ SSP ਲਾ ਦਿੱਤਾ ਵੇ ਜੀ ਠੀਕ ਹੈ ਜੀ। ਉਹ ਕਿੱਥੇ ਕਿਤੇ ਪਹੁੰਚੇ ਹੋਏ ਨੇ ਜੀ ਠੀਕ ਹੈ ਨਾ। ਤੇ ਇਹਨਾਂ ਨੂੰ ਕਿਸੇ ਨੂੰ ਕੋਈ ਕੰਮ ਨਹੀਂ ਆਉਂਦਾ ਹੈਗਾ। ਜੇ ਤੁਸੀਂ ਪ੍ਰੋਫੈਸ਼ਨਲ ਬੰਦੇ ਲਓਗੇ, ਸਬਸਟੀਟਿਊਟ ਹੈ ਹੀ ਨਹੀਂ ਐਕਸਪੀਰੀਅੰਸ ਦਾ ਕੋਈ, ਹੈ ਦੱਸੋ ਐਕਸਪੀਰੀਅੰਸ ਦਾ ਕੋਈ ਸਬਸਟੀਟਿਊਟ, ਟ੍ਰੇਨਿੰਗ ਦਾ ਕੋਈ ਕੈਪਸੂਲ ਨਹੀਂ ਜਿਹੜਾ ਤੁਸੀਂ ਪਿਆ ਦੋਗੇ ਔਰ ਉਹ ਬੰਦਾ ਜਿਹੜਾ ਅੱਜ SSP ਲੱਗ ਜਾਵੇਗਾ। SSP ਦਾ ਰੋਲ ਕੀ ਹੈ, ਰਿਸਪੌਂਸਿਬਿਲਿਟੀ ਕੀ ਹੈ, ਅਕਾਊਂਟੇਬਿਲਿਟੀ ਕੀ ਹੈ, ਆਹ ਸਾਰਾ ਸਿਸਟਮ ਜੀ ਅਨਪ੍ਰੋਫੈਸ਼ਨਲ ਹੈਗਾ ਵੇ। ਲੋਕਾਂ ਨੂੰ ਤਾਂ SSP ਲਾਇਆ ਗਿਆ ਵੇ, ਆਹ ਤੇ ਬਹੁਤ ਛੋਟਾ ਪਿਆਦਾ ਸੀਗਾ ਤੇ ਉਹਨਾਂ ਲੋਕਾਂ ਨੇ ਕਿਹੜੇ ਲੈਵਲ ਤੇ ਅਚੀਵਮੈਂਟ ਕੀਤੇ ਨੇ ਠੀਕ ਹੈ ਨਾ। ਆਹ ਅਚੀਵਮੈਂਟ ਦੀ ਬਿਮਾਰੀ ਹੈ ਸਾਰੀ, ਅਨਪ੍ਰੋਫੈਸ਼ਨਲਿਜ਼ਮ ਹੈਗਾ ਵੇ ਔਰ ਇਹਨੂੰ ਜੁਡੀਸ਼ਰੀ ਨੇ ਪੂਰੀ ਤਰ੍ਹਾਂ ਪ੍ਰੋਟੈਕਟ ਕੀਤਾ ਵੇ। ਜੁਡੀਸ਼ਰੀ ਹਿੱਸਾ ਵੇ ਸਿਸਟਮ ਦਾ ਜੀ। ਇਹ ਤੁਸੀਂ ਬਹੁਤ ਸਖਤ ਟਿੱਪਣੀ ਕਰ ਰਹੇ ਹੋ ਜੀ। ਐਬਸੋਲੂਟਲੀ ਨਹੀਂ ਬਿਲਕੁਲ, ਇਟ ਇਜ਼ ਫੈਕਟ, ਇਟਸ ਬੇਸਡ ਔਨ ਦ ਫੈਕਟਸ ਜੀ। ਇਕਬਾਲ ਸਿੰਘ ਲਾਲਪੁਰਾ ਜੀ, ਜਿਹੜਾ ਇਹ ਇਸ ਵੇਲੇ ਖੁਲਾਸਾ ਹੋਇਆ, ਇੱਕ ਤਾਂ ਇਹ ਬੰਦੇ ਨੇ ਕਿਹਾ ਕਿ ਮੈਂ ਉਹਦਾ ਹਿੱਸਾ ਸੀ ਜੀ, ਦੂਜਾ ਉਹ ਇਸ਼ਾਰਾ ਕਰ ਰਿਹਾ ਕਿ ਵੀ ਉਹ ਇਸ ਕਿਸਮ ਦਾ ਜੋ ਕੰਮ ਕਰ ਰਿਹਾ ਸੀ ਉਹ ਕਿਸੇ ਦੀ ਸਰਪ੍ਰਸਤੀ 'ਚ ਕਰ ਰਿਹਾ ਸੀ। ਜਿਸ ਕਿਸਮ ਦੀ ਸਰਪ੍ਰਸਤੀ ਸੀ ਉਹਦੇ ਵਿੱਚ ਲਾਸ਼ਾਂ ਦੇ ਬਦਲੇ ਤਰੱਕੀਆਂ ਦਿੱਤੀਆਂ ਜਾ ਰਹੀਆਂ ਸੀ। ਤੁਸੀਂ ਉਸੇ ਇਲਾਕੇ ਦੇ ਵਿੱਚ ਰਹੇ ਹੋ ਜੀ, ਉਸੇ ਇਲਾਕੇ ਦੇ ਵਿੱਚ ਤਰਨ ਤੇ ਅੰਮ੍ਰਿਤਸਰ ਦੇ ਵਿੱਚ। ਕੀ ਅਸੀਂ ਇਸ ਨੂੰ ਇੱਕ ਵੱਖਰਾ ਇਨਸੀਡੈਂਟ ਜਾਂ ਇੱਕੋ ਬੰਦਾ ਮੰਨ ਕੇ ਚੱਲੀਏ, ਜਾਂ ਬਾਕੀ ਥਾਂ ਦੇ ਉੱਤੇ ਵੀ ਅਜਿਹਾ ਹੁੰਦਾ ਸੀ? ਤੁਹਾਡਾ ਉਸ ਵੇਲੇ ਦਾ ਤਜਰਬਾ ਕੀ ਕਹਿੰਦਾ? ਗੱਲ ਇਹ ਹੈ ਜੀ, ਜਿਹੜੀ ਇਹ ਡਿਬੇਟ ਸ਼ੁਰੂ ਇੱਥੇ ਹੋਈ ਹੈ ਨਾ ਜੀ, ਮੈਂ ਸਮਝਦਾ ਇਹ ਪਾਰਲੀਮੈਂਟ 'ਚ ਹੋਣੀ ਚਾਹੀਦੀ ਸੀ ਜਾਂ ਸੁਪਰੀਮ ਕੋਰਟ ਦੇ ਵਿੱਚ ਡਿਬੇਟ ਹੋਣਾ ਚਾਹੀਦਾ। ਆਪਾਂ ਲੋਕਾਂ ਦੀ ਤਾਂ ਇਸ ਨੂੰ ਪਾਰਲੀਮੈਂਟ ਹੀ ਮੰਨਦੇ ਹਾਂ। ਮੈਂ ਲੋਕਾਂ ਦੀ ਪਾਰਲੀਮੈਂਟ ਦੀ ਮੈਂ ਗੱਲ ਕਰਦਾ ਜੀ। ਇਹ ਗੱਲ